ਸਾਰੇ ਸਫ਼ਰਾਂ 'ਚੋਂ ਟ੍ਰੇਨ ਦਾ ਸਫ਼ਰ ਸਭ ਤੋਂ ਵੱਧ ਤਜਰਬਾਤ ਨਾਲ ਭਰਿਆ ਹੁੰਦਾ ਹੈ। ਤੇਜ਼ ਰਫ਼ਤਾਰ ਐਕਸਪ੍ਰੈਸ ਇਨਸਾਨੀ ਕਾਫਲੇ ਲੈ ਕੇ ਨੱਸਦੀ ਚਲੀ ਜਾ ਰਹੀ ਹੈ। ਗੱਡੀ ਦੇ ਦੋਵਾਂ ਪਾਸੇ ਕੁਦਰਤ ਦੇ ਮੰਜ਼ਰ ਸਾਡੇ ਨਾਲ ਨਾਲ ਨੇ। ਇਸ ਤਰ੍ਹਾਂ ਟ੍ਰੇਨ ਹਯਾਤੀ ਦੇ ਵੱਡੇ ਸਫ਼ਰ ਦੀ ਇੱਕ ਅਲਾਮਤ ਬਣ ਗਈ ਹੈ, ਜਿਹਨੂੰ ਨਿਸ਼ਾਨੀਆਂ ਨਾਲ ਭਰੀ ਹੋਈ ਇੱਕ ਦੁਨੀਆ 'ਚ ਇਨਸਾਨ ਤੈਅ ਪਿਆ ਕਰਦਾ ਹੈ। ਪਰ ਜਿਸ ਤਰ੍ਹਾਂ ਰਾਹੀ ਆਸੇ ਪਾਸੇ ਦੇ ਮੰਜ਼ਰਾਂ ਤੋਂ ਬੇਖਬਰ ਆਪਣੀਆਂ ਜ਼ਾਤੀ ਦਿਲਚਸਪੀਆਂ 'ਚ ਗਵਾਚੇ ਰਹਿੰਦੇ ਨੇ, ਇਸੇ ਤਰ੍ਹਾਂ ਇਨਸਾਨ ਜੀਂਦੀ ਜਾਗਦੀ ਦੁਨੀਆ 'ਚ ਆਪਣੀ ਹਯਾਤੀ ਦੇ ਦਿਨ ਪੂਰੇ ਕਰਦਾ ਪਿਆ। ਬੜਾ ਘੱਟ ਇੰਝ ਹੁੰਦਾ ਹੈ ਕਿ ਉਹ ਰੱਬ ਦੀਆਂ ਖਿਲਰੀਆਂ ਹੋਈਆਂ ਨਿਸ਼ਾਨੀਆਂ 'ਤੇ ਗੌਰ ਕਰੇ। ਸੂਰਜ ਆਪਣੇ ਚਾਨਣ ਮੁੱਖ ਨਾਲ ਚੜ੍ਹਦਾ ਹੈ ਅਤੇ ਇਨਸਾਨ ਦੇ ਉੱਤੇ ਇਸ ਤਰ੍ਹਾਂ ਚਮਕਦਾ ਹੈ ਜਿਸ ਤਰ੍ਹਾਂ ਉਹ ਕੋਈ ਪੈਗਾਮ ਸੁਣਾਉਣਾ ਚਾਹੁੰਦਾ ਹੋਵੇ, ਪਰ ਉਹ ਕੁਝ ਆਖਣ ਤੋਂ ਪਹਿਲਾਂ ਹੀ ਡੁੱਬ ਜਾਂਦਾ। ਦਰੱਖਤ ਆਪਣੀਆਂ ਹਰੀਆਂ ਭਰੀਆਂ ਸ਼ਾਖਾਂ ਕੱਢਦੇ ਨੇ, ਦਰਿਆ ਆਪਣੀਆਂ ਮੌਜਾਂ 'ਚ ਵਗਦਾ ਰਹਿੰਦਾ ਹੈ। ਇਹ ਸਾਰੇ ਕੁਝ ਕਹਿਣਾ ਚਾਹੁੰਦੇ ਨੇ, ਪਰ ਇਨਸਾਨ ਇਹਨਾਂ ਦੇ ਕੋਲੋਂ ਦੀ ਲੰਘ ਜਾਂਦਾ। ਬਾਝ ਇਸ ਤੋਂ ਕਿ ਉਹਨਾਂ ਦਾ ਕੋਈ ਬੋਲ ਉਹਦੇ ਕੰਨੀ ਪਿਆ ਹੋਵੇ। ਅਸਮਾਨ ਦੀਆਂ ਉਚਾਈਆਂ ਅਤੇ ਜ਼ਮੀਨ ਦੀਆਂ ਰਾਨਾਈਆਂ ਸਭ ਇੱਕ ਬਹੁਤ ਵੱਡੇ ਇਕੱਠ ਦੇ ਸ਼ੁਰਕਾ ਜਾਪਦੇ ਨੇ, ਪਰ ਇਹਨਾਂ 'ਚੋਂ ਹਰ ਕੋਈ ਚੁੱਪ ਖਲੋਤਾ ਹੈ, ਕੋਈ ਇਨਸਾਨ ਨਾਲ ਗੱਲਬਾਤ ਨਹੀਂ ਕਰਦਾ। ਇਹ ਏਡੀ ਵੱਡੀ ਕਾਇਨਾਤ ਕੀ ਗੂੰਗੇ ਸ਼ਾਹਕਾਰਾਂ ਦਾ ਅਜਾਇਬ ਖਾਨਾ ਹੈ? ਨਹੀਂ, ਹਕੀਕਤ ਇਹ ਵੇ ਕਿ ਇਹਨਾਂ 'ਚੋਂ ਹਰ ਇੱਕ ਦੇ ਕੋਲ ਰੱਬ ਦਾ ਇੱਕ ਪੈਗਾਮ ਹੈ, ਜਿਹਨੂੰ ਉਹ ਅਬਦੀ ਜ਼ੁਬਾਨ 'ਚ ਨਸ਼ਰ ਪਿਆ ਕਰਦਾ ਹੈ। ਪਰ ਇਨਸਾਨ ਦੂਜੀਆਂ ਆਵਾਜ਼ਾਂ 'ਚ ਇੰਨਾ ਗਵਾਚਿਆ ਹੋਇਆ ਹੈ ਕਿ ਕਾਇਨਾਤ ਦੀ ਚੁੱਪ ਦਾ ਕਲਾਮ ਉਹਦੇ ਕੰਨੀ ਨਹੀਂ ਪੈਂਦਾ। ਇੱਕ ਸਫ਼ਰ 'ਚ ਅਸੀਂ ਇੱਕ ਵਿਚਕਾਰਲੇ ਸਟੇਸ਼ਨ 'ਤੇ ਨਮਾਜ਼ ਪੜ੍ਹਨ ਲਈ ਲਿੱਥੇ। ਸਟੇਸ਼ਨ ਦੇ ਬੰਦਿਆਂ ਤੋਂ ਪੁੱਛਿਆ ਕਿ ਲਹਿੰਦੇ ਵਾਲਾ ਪਾਸਾ ਕਿੱਧਰ ਨੂੰ ਹੈ, ਪਰ ਕਿਸੇ ਕੋਲ ਇਹ ਸਾਦਾ ਜਿਹੇ ਸਵਾਲ ਦਾ ਜਵਾਬ ਵੀ ਨਹੀਂ ਸੀ। ਮੈਂ ਸੋਚਿਆ ਕਿ ਸੂਰਜ ਆਪਣਾ ਚਮਕਦਾ ਮੱਥਾ ਲੈ ਕੇ ਰੋਜ਼ ਇਹਨਾਂ 'ਤੇ ਚੜ੍ਹਦਾ ਅਤੇ ਡੁੱਬਦਾ ਹੈ, ਪਰ ਲੋਕ ਆਪਣੇ ਆਪ 'ਚ ਇੰਨੇ ਗਵਾਚੇ ਨੇ ਕਿ ਉਹਨਾਂ ਨੂੰ ਲਹਿੰਦੇ ਚੜ੍ਹਦੇ ਦਾ ਪਤਾ ਹੀ ਨਹੀਂ। ਫਿਰ ਉਹ ਲਤੀਫ ਪੈਗਾਮ ਜਿਹੜਾ ਸੂਰਜ ਅਤੇ ਇਹਦੇ ਕਾਇਨਾਤੀ ਸਾਥੀ ਚੁੱਪ ਜ਼ੁਬਾਨ ਨਾਲ ਨਸ਼ਰ ਕਰਦੇ ਪਏ ਨੇ, ਉਹਦੇ ਤੋਂ ਕਿਵੇਂ ਕੋਈ ਬਾਖਬਰ ਹੋ ਸਕਦਾ? ਸਾਡੀ ਟ੍ਰੇਨ ਇੱਕ ਸਟੇਸ਼ਨ 'ਤੇ ਰੁਕੀ। ਮੈਂ ਬਾਹਰ ਆ ਕੇ ਪਲੇਟਫਾਰਮ 'ਤੇ ਖਲੋ ਗਿਆ। ਸੂਰਜ ਹੁਣੇ ਡੁੱਬਿਆ ਸੀ। ਹਰੇ ਭਰੇ ਦਰੱਖਤ ਅਤੇ ਉਹਨਾਂ ਦੇ ਪਿੱਛੇ ਸੁਰਖੀ 'ਚ ਲਿਬੜੀ ਹੋਈ ਸ਼ਾਮ ਅਤੇ ਉਹਦੇ ਉੱਤੇ ਖਿਲਰੇ ਹੋਏ ਬੱਦਲ ਅਜੀਬ ਆਫਾਕੀ ਹੁਸਨ ਦਾ ਮੰਜ਼ਰ ਪੈਦਾ ਕਰਦੇ ਪਏ ਸਨ। ਇਹਨਾਂ 'ਚ ਹੁਸਨ ਇਹਨਾਂ ਦੀ ਬੁਲੰਦੀ ਨੇ ਪੈਦਾ ਕੀਤਾ ਸੀ। ਮੈਂ ਸੋਚਿਆ, ਪਰ ਇਨਸਾਨ ਇਸ ਬੁਲੰਦੀ 'ਤੇ ਜਾਣ ਲਈ ਤਿਆਰ ਨਹੀਂ ਹੁੰਦਾ। ਉਹ ਇਸ ਸਤ੍ਹਾ 'ਤੇ ਨਹੀਂ ਜੀਂਦਾ ਜਿਸ ਸਤ੍ਹਾ 'ਤੇ ਦਰੱਖਤ ਜੀ ਰਹੇ ਨੇ। ਉਹ ਉੱਥੇ ਬਸੇਰਾ ਨਹੀਂ ਕਰਦਾ ਜਿੱਥੇ ਰੌਸ਼ਨੀ ਅਤੇ ਬੱਦਲਾਂ ਨੇ ਬਸੇਰਾ ਕੀਤਾ ਹੋਇਆ, ਬਲਕਿ ਇਹਦੇ ਬਰਅਕਸ ਉਹ ਬੜੇ ਘਟੀਆ ਜਿਹੇ ਮਫਾਦਾਤ 'ਚ ਰਹਿੰਦਾ। ਉਹ ਝੂਠੀ ਯਾਰੀ ਅਤੇ ਝੂਠੀ ਦੁਸ਼ਮਣੀ 'ਚ ਸਾਹ ਲੈਂਦਾ। ਇਸ ਕਾਇਨਾਤ ਦਾ ਹਮਸਫ਼ਰ ਬਣਨ ਦੀ ਬਜਾਏ ਉਹ ਆਪਣੇ ਆਪ ਨੂੰ ਆਪਣੀ ਜ਼ਾਤ ਦੇ ਖੌਲ 'ਚ ਬੰਦ ਕਰ ਲੈਂਦਾ। ਇੱਕ ਅਜਿਹੀ ਦੁਨੀਆ ਜਿੱਥੇ ਇੰਨੀਆਂ ਫਿਜ਼ਾਵਾਂ ਉਹਨੂੰ ਉਡੀਕਦੀਆਂ ਪਈਆਂ ਨੇ, ਉੱਥੇ ਉਹ ਆਪਣੇ ਆਪ ਨੂੰ ਦੋਜ਼ਖ ਦੇ ਮਾਹੌਲ 'ਚ ਸਿੱਟ ਦਿੰਦਾ। ਇਨਸਾਨੀ ਦੁਨੀਆ ਦੇ ਵਿਗੜਨ ਦੀ ਸਾਰੀ ਵਜ੍ਹਾ ਇਹੀ ਹੈ। ਅਗਰ ਉਹ ਉੱਚੀ ਸਤ੍ਹਾ 'ਤੇ ਜੀਣ ਲੱਗ ਪਵੇ, ਉਹਦੀ ਹਯਾਤੀ ਵਿੱਚ ਉਹੀ ਹੁਸਨ ਆ ਜਾਏ ਜਿਹੜਾ ਕੁਦਰਤ ਦੇ ਸੋਹਣੇ ਮੰਜ਼ਰਾਂ 'ਚ ਦਿਸਦਾ।